ਤੇ ਹੁਣ ਤੁਹਾਨੂੰ ਅੰਕੜੇ ਦੇ ਜ਼ਰੀਏ ਦੱਸਾਂਗੇ ਕਿ ਪੂਰੇ ਦੇਸ਼ ਦੇ ਵਿੱਚ ਇਸ ਸਮੇਂ ਕੀ ਕੁਝ ਮਾਹੌਲ ਹੈ, ਕਿਸ ਤਰੀਕੇ ਨਾਲ ਹਾਲਾਤ ਬਦਲ ਰਹੇ ਨੇ, ਜਿਵੇਂ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਨੇ। ਸ਼ੁਰੂਆਤ ਕਰਦੇ ਹਾਂ ਪੂਰੇ ਦੇਸ਼ ਦੇ ਨਾਲ, ਉਸ ਤੋਂ ਬਾਅਦ ਪੰਜਾਬ ਦਾ ਮੈਂ ਰੁਖ ਕਰਾਂਗਾ। ਹਰ ਇੱਕ ਜ਼ਿਲ੍ਹੇ ਦੇ ਹਾਲ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ। ਸਭ ਤੋਂ ਪਹਿਲਾਂ ਗੱਲ ਇੰਡੀਆ ਦੀ, ਜਾਂ ਪੂਰੇ ਦੇਸ਼ ਦੀ, ਕਿ ਪੂਰੇ ਦੇਸ਼ 'ਚ ਕਿੰਨੇ ਮਾਮਲੇ ਹੁਣ ਤੱਕ ਰਿਪੋਰਟ ਕੀਤੇ ਗਏ ਨੇ। ਤਾਂ ਅੰਕੜੇ ਤੁਹਾਡੇ ਸਾਹਮਣੇ ਆ ਚੁੱਕੇ ਨੇ। ਤਾਂ ਅੰਦਾਜ਼ੀਏ 4,25,000 ਤੋਂ ਜ਼ਿਆਦਾ ਮਾਮਲੇ ਹੁਣ ਤੱਕ ਰਿਪੋਰਟ ਕੀਤੇ ਜਾ ਚੁੱਕੇ ਨੇ। 4,25,282 ਮਾਮਲੇ ਕੋਰੋਨਾ ਦੇ ਪੂਰੇ ਦੇਸ਼ ਦੇ ਵਿੱਚ ਰਿਪੋਰਟ ਕੀਤੇ ਜਾ ਚੁੱਕੇ ਨੇ। ਹਾਲਾਂਕਿ 2.25 ਲੱਖ ਤੋਂ ਜ਼ਿਆਦਾ ਮਾਮਲੇ ਇਸ ਸਮੇਂ ਉਹ ਵੀ ਹੈਗੇ ਨੇ ਜੋ ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਨੇ। ਜਿਵੇਂ ਤੁਸੀਂ ਅੰਕੜਾ ਦੇਖ ਰਹੇ ਹੋ 2,37,196 ਲੋਕਾਂ ਦਾ ਜੋ ਕਿ ਕੋਰੋਨਾ ਨੂੰ ਮਾਤ ਦੇ ਚੁੱਕੇ ਨੇ। ਪਰ ਗਿਣਤੀ ਜਿਹੜੀ ਮਰਨ ਵਾਲਿਆਂ ਦੀ ਹੈ ਉਹ ਵੀ ਇੱਕ ਚਿੰਤਾ ਦਾ ਸਬਬ ਜ਼ਰੂਰ ਹੈ। 13,699 ਲੋਕ ਨੇ ਜਿਨ੍ਹਾਂ ਨੇ ਕੋਰੋਨਾ ਦੀ ਵਜ੍ਹਾ ਨਾਲ ਜਿਨ੍ਹਾਂ ਦੀ ਮੌਤ ਹੋ ਗਈ। ਇੱਥੇ ਇਹ ਵੀ ਕਲੀਅਰ ਕਰ ਦਈਏ ਕਿ ਵਾਰ-ਵਾਰ ਇਹ ਵੀ ਦੱਸਿਆ ਜਾ ਰਿਹਾ ਹੈ ਵਿਭਾਗ ਦੇ ਵੱਲੋਂ, ਸਿਹਤ ਵਿਭਾਗ ਦੇ ਵੱਲੋਂ, ਕਿ ਜਿਹੜੇ ਲੋਕਾਂ ਦੀ ਮੌਤ ਹੋ ਰਹੀ ਹੈ ਉਹਨਾਂ ਨੂੰ ਕੁਝ ਹੋਰ ਬਿਮਾਰੀਆਂ ਵੀ ਨੇ। ਬਹੁਤ ਐਸੇ ਘੱਟ ਮਾਮਲੇ ਨੇ ਜੋ ਸਿਰਫ ਕੋਰੋਨਾ ਦੀ ਵਜ੍ਹਾ ਨਾਲ ਜਿਨ੍ਹਾਂ ਦੀ ਮੌਤ ਹੋਈ ਹੈ, ਪਰ ਕੁਝ ਹੋਰ ਲੋਕ ਜਿਹੜੇ ਕੁਝ ਹੋਰ ਬਿਮਾਰੀਆਂ ਨਾਲ ਪੀੜਤ ਨੇ ਉਹਨਾਂ ਦੇ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਸ ਤੋਂ ਬਾਅਦ ਹੁਣ ਤੁਹਾਨੂੰ ਦੱਸਾਂਗੇ ਕਿ 3 ਦਿਨਾਂ ਦੇ ਵਿੱਚ ਕਿੰਨੇ ਨਵੇਂ ਕੇਸ ਰਿਪੋਰਟ ਕੀਤੇ ਗਏ ਨੇ। ਪਿਛਲੇ 3 ਦਿਨਾਂ ਦੇ ਵਿੱਚ ਕੀ ਕੁਝ ਹਾਲਾਤ ਰਹੇ ਨੇ ਉਹ ਵੀ ਤੁਹਾਨੂੰ ਦਿਖਾਣੇ ਆ। ਅਸੀਂ 3 ਦਿਨਾਂ ਦਾ ਡੇਟਾ ਵੀ ਤੁਹਾਡੇ ਤੱਕ ਇਸੇ ਕਰਕੇ ਪਹੁੰਚਾਣੇ ਆ ਕਿ 3 ਦਿਨਾਂ ਦੇ ਵਿੱਚ ਤੁਹਾਨੂੰ ਸਮਝਣ ਦੀ ਕੋਸ਼ਿਸ਼ ਹੋਵੇ ਕਿ ਆਖਿਰ ਕਿਸ ਤਰੀਕੇ ਨਾਲ ਕੇਸਿਸ ਲਗਾਤਾਰ ਵੱਧ ਰਹੇ ਨੇ। ਹਾਲਾਂਕਿ 20 ਜੂਨ ਦੇ ਮੁਕਾਬਲੇ 21 ਜੂਨ ਨੂੰ ਮਾਮਲੇ ਥੋੜੇ ਜਿਹੇ ਘੱਟ ਸਾਹਮਣੇ ਆਏ ਨੇ। ਹਾਲਾਂਕਿ ਇਹ 15,000 ਦੇ ਆਸ-ਪਾਸ ਅੰਕੜਾ ਜ਼ਰੂਰ ਹੈਗਾ। ਇੱਕ ਹਫ਼ਤੇ ਪਹਿਲਾਂ ਅਸੀਂ ਗੱਲ ਕਰੀਏ ਤਾਂ ਕਰੀਬ 10,000 11,000 ਦੇ ਕਰੀਬ ਸੀ। ਹੁਣ ਅੰਕੜਾ ਦੇਖੋ 15,000 ਦੇ ਨੇੜੇ ਪਹੁੰਚ ਚੁੱਕਿਆ। ਮੈਂ ਇੱਕ ਦਿਨ ਪਹਿਲਾਂ ਦਾ ਜ਼ਿਕਰ ਕਰਦਾ 14,821 ਪਿਛਲੇ 24 ਘੰਟੇ ਦਾ ਜ਼ਿਕਰ ਹੈ। 21 ਜੂਨ ਨੂੰ 14,821 ਮਾਮਲੇ ਰਿਪੋਰਟ ਕੀਤੇ ਗਏ ਨੇ ਦੇਸ਼ ਭਰ ਦੇ ਵਿੱਚ। ਉਸ ਤੋਂ ਇੱਕ ਦਿਨ ਪਹਿਲਾਂ ਦੇਖੋ 20 ਜੂਨ 15,000 ਤੋਂ ਪਾਰ ਸੀ। 15,413 ਮਾਮਲੇ ਉਸ ਦਿਨ ਸਾਹਮਣੇ ਆਏ ਸੀ 20 ਨੂੰ, ਜਦਕਿ ਤੁਸੀਂ 19 ਤਰੀਕ ਦੇਖ ਲਓ 14,516 ਮਾਮਲੇ ਸਾਹਮਣੇ ਆਏ ਸੀ। ਯਾਨੀ ਕਿ 14-15,000 ਦਾ ਇੱਕ ਜ਼ਰੂਰ ਇਸ ਸਮੇਂ ਲੈਵਲ ਨਜ਼ਰ ਆ ਰਿਹਾ ਕਿ 14,000-15,000 ਰੋਜ਼ ਮਾਮਲੇ ਸਾਹਮਣੇ ਆ ਰਹੇ ਨੇ। ਹੁਣ ਗੱਲ ਮੌਤਾਂ ਦੇ ਅੰਕੜੇ ਦੀ ਕਿ ਮੌਤਾਂ ਪਿਛਲੇ 3 ਦਿਨਾਂ ਦੇ ਵਿੱਚ ਕਿੰਨੀਆਂ ਹੋਈਆਂ ਨੇ। ਇਹ ਅੰਕੜਾ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਨ ਵਾਲਾ ਹੈ, ਕਿਉਂਕਿ ਕਿਸੇ ਨੂੰ ਕੋਰੋਨਾ ਹੋਇਆ ਉਹ ਠੀਕ ਹੋ ਗਿਆ, ਕੋਈ ਦਿੱਕਤ ਨਹੀਂ। ਹਾਲਾਂਕਿ ਜ਼ਰੂਰ ਉਹਨਾਂ ਨੂੰ ਇੱਕ ਟਰਾਮਾ ਦੇ ਵਿੱਚੋਂ ਲੰਘਣਾ ਪੈਂਦਾ ਹੈ, ਪਰ ਜਦੋਂ ਮੌਤਾਂ ਦੀ ਖਬਰ ਆਉਂਦੀ ਹੈ, ਮੌਤਾਂ ਦੀ ਗਿਣਤੀ ਵੱਧਦੀ ਹੈ ਤਾਂ ਉਹ ਜ਼ਰੂਰ ਪਰੇਸ਼ਾਨ ਕਰਦੀ ਹੈ। ਤੇ 21 ਜੂਨ ਦਾ ਦਿਨ ਤਾਂ ਬਹੁਤ ਪਰੇਸ਼ਾਨ ਕਰਨ ਵਾਲਾ ਹੈ। 445 ਲੋਕਾਂ ਦੀ ਮੌਤ ਹੋ ਗਈ ਹੈ ਸਿਰਫ 24 ਘੰਟਿਆਂ ਦੇ ਵਿੱਚ। ਹਾਲਾਂਕਿ ਇੱਕ ਦਿਨ ਪਹਿਲਾਂ ਦਾ ਤੁਸੀਂ ਦੇਖੋ ਅੰਕੜਾ, ਉਸ ਦਿਨ 20 ਜੂਨ ਨੂੰ 306 ਲੋਕਾਂ ਦੀ ਮੌਤ ਹੋਈ ਸੀ। ਹਾਲਾਂਕਿ 306 ਵੀ ਬਹੁਤ ਹੁੰਦੇ ਨੇ, ਪਰ 445 ਦੇ ਮੁਕਾਬਲੇ ਕਾਫੀ ਘੱਟ ਸੀ। ਹਾਲਾਂਕਿ ਉਸ ਤੋਂ ਇੱਕ ਦਿਨ ਪਹਿਲਾਂ ਤੁਸੀਂ ਦੇਖ ਲਓ 19 ਜੂਨ ਨੂੰ ਕੀ ਸੀ, 375 ਲੋਕਾਂ ਦੀ ਮੌਤ ਕੋਰੋਨਾ ਦੀ ਵਜ੍ਹਾ ਦੇ ਨਾਲ ਹੋਈ ਸੀ। ਇਹ 3 ਦਿਨਾਂ ਦਾ ਅੰਕੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤੇ ਦਰਅਸਲ ਅਸੀਂ 3 ਦਿਨਾਂ ਦਾ ਅੰਕੜਾ ਵੀ ਤਾਂ ਹੀ ਲੈ ਕੇ ਆਨੇ ਕਿ ਪਿਛਲੇ 3 ਦਿਨਾਂ ਦੇ ਵਿੱਚ ਕਿਵੇਂ ਹਾਲਾਤ ਬਦਲੇ ਨੇ ਜਾਂ ਕੀ ਹਾਲਾਤ ਰਹੇ ਨੇ ਉਹ ਤੁਸੀਂ ਸਮਝ ਸਕੋ। ਤਾਂ 445 ਤੋਂ ਇਸ ਤੋਂ ਬਾਅਦ 306 375 ਇਹ ਅੰਕੜਾ ਦੱਸ ਰਿਹਾ ਕਿ ਲਗਾਤਾਰ ਗਿਣਤੀ ਮੌਤਾਂ ਦੀ ਵੀ ਦੇਸ਼ ਦੇ ਵਿੱਚ ਵੱਧ ਰਹੀ ਹੈ। ਤੇ ਇਹ ਗਿਣਤੀ ਦਿਖਾਉਣ ਦਾ ਮਕਸਦ ਸਾਡਾ ਇਹ ਵੀ ਹੁੰਦਾ ਹੈ ਕਿ ਤੁਸੀਂ ਇਸ ਚੀਜ਼ ਨੂੰ ਵੀ ਸਮਝੋ ਕਿ ਬਹੁਤ ਇਹਤਿਆਤ ਵਰਤਣੇ ਹੋਣਗੇ, ਸਾਨੂੰ ਸਾਰਿਆਂ ਨੂੰ ਖਤਰਾ ਅਜੇ ਟਲਿਆ ਨਹੀਂ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਉਹਨਾਂ ਸੂਬਿਆਂ ਦੀ ਜੋ ਪੂਰੇ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ। ਉਹਨਾਂ ਦੇ ਵਿੱਚ ਸਭ ਤੋਂ 1 ਨੰਬਰ ਤੇ ਅਜੇ ਵੀ ਮਹਾਰਾਸ਼ਟਰ ਹੈ। ਮਹਾਰਾਸ਼ਟਰ ਦੇ ਵਿੱਚ ਬਹੁਤ ਜ਼ਿਆਦਾ ਮਾਮਲੇ ਸਾਹਮਣੇ ਆਏ, ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ 1 ਲੱਖ ਤੋਂ ਬਾਹਰ ਸਭ ਤੋਂ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਹੀ ਬਾਹਰ ਹੋਇਆ। ਉਸ ਤੋਂ ਬਾਅਦ ਅੱਜ ਦੇ ਦਿਨ ਦੀ ਅਪਡੇਟ ਮੈਂ ਤੁਹਾਨੂੰ ਦੇ ਰਿਹਾ, ਦਿੱਲੀ ਦੂਜੇ ਨੰਬਰ ਤੇ ਆ ਗਈ ਹੈ। ਜਾਂ ਦਿੱਲੀ ਦੇ ਵਿੱਚ ਹੁਣ ਦੇਸ਼ 'ਚ ਸਭ ਨਾਲੋਂ ਜ਼ਿਆਦਾ ਜਿਹੜੇ ਮਾਮਲੇ ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਨੇ 59,746 ਮਾਮਲੇ, ਜਦਕਿ ਮੈਂ ਤਮਿਲਨਾਡੂ ਦਾ ਜ਼ਿਕਰ ਕਰਾਂ ਤਾਂ 59,377 ਮਾਮਲੇ ਤਮਿਲਨਾਡੂ ਦੇ ਵਿੱਚ ਨੇ। ਹੁਣ ਤੱਕ ਤਮਿਲਨਾਡੂ ਦੂਜੇ ਨੰਬਰ ਤੇ ਸੀਗਾ, ਪਰ ਹੁਣ ਤੀਜੇ ਨੰਬਰ ਤੇ ਚਲਾ ਗਿਆ, ਕਿਉਂਕਿ ਦਿੱਲੀ ਦੇ ਵਿੱਚ ਕੇਸਿਸ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਜੋ ਚਿੰਤਾ ਨੂੰ ਵਧਾਉਣ ਵਾਲੀ ਹੈ। ਤਾਂ ਦੇਸ਼ ਦੇ 2 ਵੱਡੇ ਸ਼ਹਿਰ ਸਭ ਤੋਂ ਜ਼ਿਆਦਾ ਇਸ ਸਮੇਂ ਪ੍ਰਭਾਵਿਤ ਨੇ। ਮੁੰਬਈ ਮਹਾਰਾਸ਼ਟਰ ਦੀ ਰਾਜਧਾਨੀ, ਆਰਥਿਕ ਰਾਜਧਾਨੀ ਪੂਰੇ ਦੇਸ਼ ਦੀ ਕਹੀ ਜਾਂਦੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ, ਉੱਥੇ ਵੀ ਇਸ ਸਮੇਂ ਸਭ ਤੋਂ ਜ਼ਿਆਦਾ ਮਾਮਲੇ ਨੇ। ਮਹਾਰਾਸ਼ਟਰ ਤਾਂ 1,32,000 ਨੂੰ ਪਾਰ ਕਰ ਗਏ। ਹੁਣ ਇਹ ਵੀ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪ੍ਰਭਾਵਿਤ ਸੂਬਿਆਂ ਦੇ ਵਿੱਚ ਜੋ ਮੈਂ ਜ਼ਿਕਰ ਕਰ ਰਿਹਾ ਮਹਾਰਾਸ਼ਟਰ, ਦਿੱਲੀ ਤੇ ਤਮਿਲਨਾਡੂ, ਇਹਨਾਂ ਦੇ ਵਿੱਚ ਐਕਟਿਵ ਕੇਸਿਸ ਕਿੰਨੇ ਨੇ। ਤਾਂ ਐਕਟਿਵ ਕੇਸਿਸ ਦੇ ਮੁਕਾਬਲੇ ਦੇ ਵਿੱਚ ਜੋ ਇਸ ਸਮੇਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਐਕਟਿਵ ਕੇਸਿਸ ਦੇ ਮਾਮਲੇ 'ਚ ਦਿੱਲੀ ਤੀਜੇ ਨੰਬਰ ਤੇ ਹੀ ਹੈ। ਬੇਸ਼ੱਕ ਟੋਟਲ ਮਾਮਲਿਆਂ ਦੀ ਗਿਣਤੀ 'ਚ ਦੂਜੇ ਨੰਬਰ ਤੇ ਆ ਗਏ ਹੋਵੇ, ਪਰ ਐਕਟਿਵ ਕੇਸਿਸ ਇਸ ਸਮੇਂ ਤਮਿਲਨਾਡੂ ਦੇ ਵਿੱਚ ਦੂਜੇ ਨੰਬਰ ਤੇ ਸਭ ਤੋਂ ਜ਼ਿਆਦਾ ਹੈ। ਪਰ ਮਹਾਰਾਸ਼ਟਰ ਸਭ ਨਾਲੋਂ ਜ਼ਿਆਦਾ ਐਕਟਿਵ ਕੇਸਿਸ, ਉਸ ਤੋਂ ਬਾਅਦ ਤਮਿਲਨਾਡੂ ਤੇ ਫਿਰ ਦਿੱਲੀ। ਮੈਂ ਮਹਾਰਾਸ਼ਟਰ ਦਾ ਜ਼ਿਕਰ ਕਰਾਂ 60,000 ਤੋਂ ਜ਼ਿਆਦਾ ਮਾਮਲੇ ਨੇ, 60,161 ਮਾਮਲੇ ਮਹਾਰਾਸ਼ਟਰ ਦੇ ਵਿੱਚ ਹੈਗੇ ਨੇ ਐਕਟਿਵ ਕੇਸਿਸ ਜਿਨ੍ਹਾਂ ਦਾ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਜਦਕਿ ਉਸ ਤੋਂ ਬਾਅਦ ਤਮਿਲਨਾਡੂ ਤੁਸੀਂ ਦੇਖ ਰਹੇ ਹੋ 25,866 ਮਾਮਲੇ ਹੈਗੇ ਨੇ ਜਿਹੜੇ ਹਸਪਤਾਲਾਂ 'ਚ ਜਿਨ੍ਹਾਂ ਦਾ ਇਲਾਜ ਚੱਲ ਰਿਹਾ। ਦਿੱਲੀ ਦਾ ਵੀ ਮੈਂ ਜ਼ਿਕਰ ਕਰ ਦਵਾਂ
24,558 ਲੋਕ ਨੇ ਜੋ ਕੋਰੋਨਾ ਪੋਜ਼ਿਟਿਵ ਨੇ, ਜਿਨ੍ਹਾਂ ਦਾ ਵੱਖ-ਵੱਖ ਥਾਵਾਂ ਦੇ ਉੱਤੇ ਹਸਪਤਾਲਾਂ ਦੇ ਵਿੱਚ ਇਲਾਜ ਚੱਲ ਰਿਹਾ ਹੈ। ਅੱਗੇ ਵਧਦੇ ਹਾਂ ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਜਿਹੜੇ ਕੋਰੋਨਾ ਦੇ ਟੈਸਟ ਹੋ ਰਹੇ ਨੇ ਉਹਨਾਂ ਦੀ ਕੀ ਰਫ਼ਤਾਰ ਹੈ ਪੂਰੇ ਦੇਸ਼ ਦੇ ਵਿੱਚ। 21 ਜੂਨ ਦਾ ਅੰਕੜਾ ਤੁਹਾਨੂੰ ਦਿਖਾਣੇ, 1,43,267 ਲੋਕਾਂ ਦਾ ਟੈਸਟ ਹੋਇਆ ਪੂਰੇ ਦੇਸ਼ ਦੇ ਵਿੱਚ 24 ਘੰਟਿਆਂ ਦੇ ਵਿੱਚ। ਉਸ ਤੋਂ ਇੱਕ ਦਿਨ ਪਹਿਲਾਂ 20 ਤਰੀਕ ਦਾ 1,90,730 ਲੋਕਾਂ ਦਾ ਟੈਸਟ ਹੋਇਆ ਸੀ। ਉਸ ਤੋਂ ਇੱਕ ਦਿਨ ਪਹਿਲਾਂ 19 ਜੂਨ 1,99,869 ਲੋਕਾਂ ਦਾ ਟੈਸਟ ਹੋਇਆ ਸੀ। ਯਾਨੀ ਕਿ ਹੌਲੀ ਹੌਲੀ ਰਫ਼ਤਾਰ ਟੈਸਟ ਦੀ ਵੀ ਵੱਧ ਰਹੀ ਹੈ। ਤਕਰੀਬਨ ਅਸੀਂ 2 ਲੱਖ ਤੇ ਪਹੁੰਚੇ ਹਾਂ। ਹਾਲਾਂਕਿ ਪਿਛਲੇ 24 ਘੰਟੇ ਤੁਸੀਂ ਕਹਿ ਸਕਦੇ ਹੋ ਕਿ 1.5 ਲੱਖ ਤੋਂ ਵੀ ਘੱਟ ਟੈਸਟ ਕੀਤੇ ਗਏ, ਪਰ ਇਹੀ ਜਾਣਕਾਰ ਕਹਿ ਰਹੇ ਨੇ, ਚਾਹੇ WHO ਕਹਿ ਰਿਹਾ ਹੋਵੇ ਕਿ ਜਿੰਨੇ ਜ਼ਿਆਦਾ ਟੈਸਟ ਹੋਣਗੇ ਮਾਮਲੇ ਤਾਂ ਦੇਖੋ ਸਾਹਮਣੇ ਆਉਣਗੇ, ਪਰ ਟੈਸਟ ਹੁੰਦੇ ਨੇ ਤਾਂ ਉਸ ਦੇ ਨਾਲ ਹੀ ਪੂਰੀ ਬਿਮਾਰੀ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਹੈ। ਕਿਉਂਕਿ ਜਿੰਨਾ ਜਲਦੀ ਪਤਾ ਲੱਗੇਗਾ ਕਿ ਕਿਸ ਨੂੰ ਕੋਰੋਨਾ ਹੈ ਕਿਸ ਨੂੰ ਨਹੀਂ ਹੈ, ਤਾਂ ਉਸ ਦੇ ਤਰੀਕੇ ਨਾਲ ਉਹਨਾਂ ਨੂੰ ਟ੍ਰੀਟ ਕੀਤਾ ਜਾ ਸਕੇਗਾ, ਯਾਨੀ ਕਿ ਉਹਨਾਂ ਦਾ ਇਲਾਜ ਹੋ ਸਕੇਗਾ। ਅੱਗੇ ਵਧਦੇ ਹਾਂ ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਕੀ ਨੇ। ਪੰਜਾਬ ਦਾ ਇੱਕ ਜ਼ਿਲ੍ਹਾ ਮੈਂ ਤੁਹਾਨੂੰ ਦੱਸਾਂਗਾ, ਪਰ ਪਹਿਲਾਂ ਸਭ ਤੋਂ ਜਿਹੜੇ 3 ਜ਼ਿਲ੍ਹੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ ਉਹਨਾਂ ਦਾ ਜ਼ਿਕਰ ਕਰਦੇ ਹਾਂ। ਅੰਮ੍ਰਿਤਸਰ ਸਭ ਤੋਂ ਵੱਧ ਪ੍ਰਭਾਵਿਤ। ਜੀ ਹਾਂ, ਅੰਮ੍ਰਿਤਸਰ ਦੇ ਵਿੱਚ ਤਾਂ ਗਿਣਤੀ ਬਹੁਤ ਜ਼ਿਆਦਾ ਹੈ, ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਉਹ ਵੀ ਤੁਹਾਨੂੰ ਦੱਸਾਂਗਾ। ਪਰ ਮੌਤਾਂ ਦੀ ਗਿਣਤੀ ਦੇ ਨਾਲ ਕੇਸਿਸ ਦੇਖੋ, 773 ਟੋਟਲ ਕੇਸਿਸ ਹੋ ਚੁੱਕੇ ਨੇ, ਜਦਕਿ ਜਲੰਧਰ ਤੀਜੇ ਨੰਬਰ ਤੇ ਪਹੁੰਚ ਗਿਆ 565 ਮਾਮਲਿਆਂ ਦੇ ਨਾਲ। ਲੁਧਿਆਣਾ ਦੇ ਵਿੱਚ ਵੀ ਲਗਾਤਾਰ ਤੇਜ਼ੀ ਦੇਖੀ ਗਈ ਹੈ, ਮਾਮਲੇ ਜਿਹੜੇ ਵਧੇ ਨੇ। 578 ਮਾਮਲੇ ਹੁਣ ਤੱਕ ਲੁਧਿਆਣਾ ਦੇ ਵਿੱਚ ਵੀ ਰਿਪੋਰਟ ਕੀਤੇ ਜਾ ਚੁੱਕੇ ਨੇ। 3 ਜ਼ਿਲ੍ਹੇ ਪੰਜਾਬ ਦੇ ਜਿਹੜੇ ਸਭ ਤੋਂ ਵੱਧ ਪ੍ਰਭਾਵਿਤ ਹੈਗੇ ਨੇ। ਹੁਣ ਸ਼ੁਰੂਆਤ ਕਰਦੇ ਹਾਂ, ਇੱਕ ਇੱਕ ਕਰਕੇ ਸਾਰੇ ਜ਼ਿਲ੍ਹਿਆਂ ਦਾ ਹਾਲ ਤੁਹਾਡੇ ਤੱਕ ਪਹੁੰਚਾਵਾਂਗੇ। ਸ਼ੁਰੂਆਤ ਅੰਮ੍ਰਿਤਸਰ ਤੋਂ, ਜੋ ਸਭ ਤੋਂ ਵੱਧ ਪ੍ਰਭਾਵਿਤ ਹੈ। ਅੰਮ੍ਰਿਤਸਰ ਦੇ ਵਿੱਚ ਇਸ ਸਮੇਂ ਕੀ ਹਾਲਾਤ ਨੇ? 773 ਟੋਟਲ ਕੇਸਿਸ ਤੱਕ ਰਿਪੋਰਟ ਕੀਤੇ ਗਏ, ਉਹਨਾਂ ਦੇ ਵਿੱਚੋਂ 518 ਲੋਕ ਠੀਕ ਹੋ ਚੁੱਕੇ ਨੇ, ਜਦਕਿ ਮੌਤਾਂ ਦੀ ਗਿਣਤੀ ਦੇਖੋ 31 ਤੱਕ ਪਹੁੰਚ ਚੁੱਕੀ ਹੈ। 31 ਲੋਕਾਂ ਦੀ ਮੌਤ ਹੋ ਚੁੱਕੀ ਹੈ ਕੋਰੋਨਾ ਦੀ ਵਜ੍ਹਾ ਦੇ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ। ਤੇ ਪੂਰੇ ਅੰਕੜੇ ਦੇ ਉੱਤੇ ਇਸ ਨਜ਼ਰ ਪਾਈਏ ਤਾਂ 224 ਲੋਕ ਅਜੇ ਵੀ ਕੋਰੋਨਾ ਤੋਂ ਪੀੜਤ ਨੇ, ਯਾਨੀ ਕਿ ਐਕਟਿਵ ਕੇਸਿਸ ਇਸ ਸਮੇਂ ਅੰਮ੍ਰਿਤਸਰ ਦੇ ਵਿੱਚ 224 ਨੇ। ਜਲੰਧਰ ਦਾ ਰੁਖ ਕਰਦੇ ਹਾਂ, ਪੋਜ਼ਿਟਿਵ ਮਾਮਲੇ ਕਿੰਨੇ ਨੇ? ਜਲੰਧਰ ਦੇ ਵਿੱਚ 565 ਮਾਮਲੇ ਟੋਟਲ ਜਲੰਧਰ ਦੇ ਵਿੱਚ ਜਿਹੜੇ ਹੁਣ ਤੱਕ ਰਿਪੋਰਟ ਕੀਤੇ ਨੇ। ਮੈਂ ਤੁਹਾਨੂੰ ਦੱਸਿਆ ਸੀ 45 ਮਾਮਲੇ ਸ਼ੁਰੂਆਤ ਦੇ ਵਿੱਚ ਇਸ ਬੁਲੇਟਿਨ ਦੇ, ਕਿ ਅੱਜ 45 ਇਕੱਠੇ ਮਾਮਲੇ ਰਿਪੋਰਟ ਕੀਤੇ ਗਏ ਨੇ। ਉਸ ਤੋਂ ਬਾਅਦ ਜਿਹੜੇ ਠੀਕ ਹੋਏ ਨੇ 306 ਲੋਕ ਨੇ, ਜਦਕਿ ਮੌਤਾਂ ਦੀ ਗਿਣਤੀ ਜਲੰਧਰ ਦੇ ਵਿੱਚ 15 ਤੱਕ ਪਹੁੰਚ ਚੁੱਕੀ ਹੈ। ਮੌਤਾਂ ਦੀ ਗਿਣਤੀ ਮੈਂ ਵਾਰ-ਵਾਰ ਜ਼ਿਕਰ ਕਰ ਰਿਹਾ ਕਿ ਬਹੁਤ ਚਿੰਤਾ ਨੂੰ ਵਧਾਉਣ ਵਾਲੀ ਹੈ। ਜਿਹੜੇ ਲੋਕ ਦਮ ਤੋੜ ਰਹੇ ਨੇ ਕੋਰੋਨਾ ਦੀ ਵਜ੍ਹਾ ਨਾਲ। ਐਕਟਿਵ ਕੇਸਿਸ ਇਸ ਸਮੇਂ ਜਲੰਧਰ ਦੇ ਵਿੱਚ 244 ਨੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸਭ ਤੋਂ ਜ਼ਿਆਦਾ ਐਕਟਿਵ ਮਾਮਲੇ ਇਸ ਸਮੇਂ ਲੁਧਿਆਣਾ ਵਿੱਚ ਹੀ ਨੇ, ਕਿਉਂਕਿ 224 ਅੰਮ੍ਰਿਤਸਰ ਦੇ ਵਿੱਚ ਨੇ ਤੇ ਲੁਧਿਆਣਾ ਦਾ ਮੈਂ ਜ਼ਿਕਰ ਕਰਾਂ ਤਾਂ 243 ਨੇ। ਤਾਂ ਜਲੰਧਰ ਦੇ ਵਿੱਚ 244 ਸਭ ਤੋਂ ਜ਼ਿਆਦਾ ਐਕਟਿਵ ਮਾਮਲੇ ਹੈਗੇ ਨੇ। ਲੁਧਿਆਣਾ ਦਾ ਜ਼ਿਕਰ ਕਰ ਲੈਂਦੇ ਆ। ਲੁਧਿਆਣਾ ਦਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ 243 ਐਕਟਿਵ ਮਾਮਲੇ ਨੇ, ਪਰ ਟੋਟਲ ਹੁਣ ਤੱਕ ਕਿੰਨੇ ਮਾਮਲੇ ਰਿਪੋਰਟ ਕੀਤੇ ਜਾ ਚੁੱਕੇ ਨੇ? 578 ਮਾਮਲੇ ਹੁਣ ਤੱਕ ਰਿਪੋਰਟ ਕੀਤੇ ਜਾ ਚੁੱਕੇ ਨੇ। ਇਹਨਾਂ ਵਿੱਚੋਂ 321 ਲੋਕ ਠੀਕ ਹੋ ਚੁੱਕੇ ਨੇ, ਜਦਕਿ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। 243 ਐਕਟਿਵ ਕੇਸ ਹੈਗੇ ਨੇ। ਤਰਨਤਾਰਨ ਦਾ ਜ਼ਿਕਰ ਕਰਦੇ ਹਾਂ। ਤਰਨਤਾਰਨ ਦੇ ਵਿੱਚ ਇਸ ਸਮੇਂ ਕੀ ਕੁਝ ਹਾਲਾਤ ਹੈ? ਤਰਨਤਾਰਨ ਦੇ ਵਿੱਚ 181 ਲੋਕ ਹੁਣ ਤੱਕ ਕੋਰੋਨਾ ਦੇ ਨਾਲ ਪੀੜਤ ਪਾਏ ਗਏ। ਇਹ ਟੋਟਲ ਅੰਕੜਾ ਅਸੀਂ ਵਾਰ-ਵਾਰ ਬਹੁਤ ਕਲੀਅਰ ਕਰਦੇ ਹਾਂ ਕਿ ਜਿੰਨੇ ਵੀ ਲੋਕ ਠੀਕ ਹੋ ਚੁੱਕੇ ਨੇ ਜਾਂ ਕਿਸੇ ਦੀ ਮੌਤ ਹੋ ਗਈ ਜਾਂ ਜੋ ਇਸ ਸਮੇਂ ਐਕਟਿਵ ਕੇਸ ਨੇ, ਸਾਰਿਆਂ ਨੂੰ ਜੋੜ ਕੇ ਜੋ ਅੰਕੜਾ ਅਸੀਂ ਤੁਹਾਨੂੰ ਦੱਸ ਰਹੇ ਹਾਂ 181 ਟੋਟਲ ਅੰਕੜਾ ਉਹੀ ਹੈ। ਹਰ ਜ਼ਿਲ੍ਹੇ ਦਾ ਇਸ ਤਰੀਕੇ ਨਾਲ ਦਿਖਾ ਰਹੇ ਹਾਂ। ਇਹਨਾਂ ਦੇ ਵਿੱਚੋਂ 159 ਲੋਕ ਠੀਕ ਹੋ ਗਏ, 2 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਇਸ ਸਮੇਂ 20 ਐਕਟਿਵ ਮਾਮਲੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੈਗੇ ਨੇ। ਗੁਰਦਾਸਪੁਰ ਦਾ ਰੁਖ ਕਰ ਲੈਂਦੇ ਹਾਂ। ਗੁਰਦਾਸਪੁਰ ਦੇ ਵਿੱਚ ਮਾਮਲੇ ਇਸ ਸਮੇਂ ਕਿੰਨੇ ਨੇ? ਤਾਂ ਗੁਰਦਾਸਪੁਰ ਦੇ ਵਿੱਚ ਅੰਕੜਾ ਦੇਖੋ 185 ਹੁਣ ਤੱਕ ਟੋਟਲ ਰਿਪੋਰਟ ਕੀਤੇ ਗਏ ਨੇ, ਤੇ ਉਹਨਾਂ ਦੇ ਵਿੱਚੋਂ 3 ਲੋਕਾਂ ਦੀ ਮੌਤ ਵੀ ਹੁਣ ਤੱਕ ਹੋ ਚੁੱਕੀ ਹੈ, ਜਦਕਿ ਤੁਸੀਂ ਦੇਖ ਰਹੇ ਹੋ ਕਿ 162 ਲੋਕਾਂ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ। ਐਕਟਿਵ ਕੇਸ ਦਾ ਜ਼ਿਕਰ ਕਰੀਏ ਤਾਂ 20 ਐਕਟਿਵ ਕੇਸ ਇਸ ਸਮੇਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵੀ ਹੈਗੇ ਨੇ। ਉਸ ਤੋਂ ਬਾਅਦ ਰੁਖ ਕਰਦੇ ਹਾਂ ਬਰਨਾਲਾ ਦਾ। ਬਰਨਾਲਾ 'ਚ ਕੀ ਕੁਝ ਹਾਲ ਹੈ? ਬਰਨਾਲਾ ਦੇ ਵਿੱਚ 42 ਟੋਟਲ ਪੋਜ਼ਿਟਿਵ ਮਾਮਲੇ ਪਾਏ ਗਏ ਸੀ, ਜਿਨ੍ਹਾਂ ਦੇ ਵਿੱਚ 24 ਲੋਕ ਠੀਕ ਹੋ ਗਏ, 2 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਥੇ ਵੀ ਬਹੁਤ ਐਕਟਿਵ ਕੇਸਿਸ ਹੈਗੇ ਨੇ। ਬਰਨਾਲਾ ਜ਼ਿਲ੍ਹੇ 'ਚ 16 ਐਕਟਿਵ ਮਾਮਲੇ ਹੁਣ ਵੀ ਹੈਗੇ ਨੇ ਬਰਨਾਲਾ ਜ਼ਿਲ੍ਹੇ ਦੇ ਵਿੱਚ। ਪਠਾਨਕੋਟ ਦਾ ਅਸੀਂ ਜ਼ਿਕਰ ਕਰਦੇ ਹਾਂ। ਪਠਾਨਕੋਟ ਦੇ ਵਿੱਚ ਇਸ ਸਮੇਂ ਕੀ ਹਾਲਾਤ ਹੈ? ਪੋਜ਼ਿਟਿਵ ਮਾਮਲੇ ਪਠਾਨਕੋਟ ਦੇ ਵਿੱਚ 199 ਹੁਣ ਤੱਕ ਰਿਪੋਰਟ ਹੋ ਚੁੱਕੇ ਨੇ। 131 ਲੋਕ ਹੁਣ ਤੱਕ ਕੋਰੋਨਾ ਨੂੰ ਮਾਤ ਦੇ ਚੁੱਕੇ ਨੇ, ਯਾਨੀ ਕਿ ਠੀਕ ਹੋ ਚੁੱਕੇ ਨੇ, ਜਦਕਿ 5 ਲੋਕਾਂ ਦੀ ਮੌਤ ਕੋਰੋਨਾ ਦੀ ਵਜ੍ਹਾ ਦੇ ਨਾਲ ਪਠਾਨਕੋਟ ਦੇ ਵਿੱਚ ਵੀ ਹੋਈ ਹੈ। ਐਕਟਿਵ ਮਾਮਲੇ ਇਸ ਸਮੇਂ ਪਠਾਨਕੋਟ ਦੇ ਵਿੱਚ 53 ਨੇ ਟੋਟਲ, ਜੇ ਤੁਸੀਂ ਅੰਕੜੇ ਦੇ ਉੱਤੇ ਗੌਰ ਕਰੋ। ਉਸ ਤੋਂ ਬਾਅਦ ਮੈਂ ਰੁਕ ਕਰਾਂਗਾ ਪਠਾਨਕੋਟ ਤੋਂ ਬਾਅਦ ਮਾਨਸਾ ਦਾ। ਮਾਨਸਾ 'ਚ ਕੀ ਹਾਲਤ ਤੁਹਾਨੂੰ ਉਹ ਵੀ ਦੱਸਦੇ ਹਾਂ। ਮਾਨਸਾ 'ਚ ਗਿਣਤੀ ਤਾਂ ਬਹੁਤ ਜ਼ਿਆਦਾ ਨਹੀਂ ਵਧੀ, ਪਰ 3 ਐਕਟਿਵ ਕੇਸ ਅਜੇ ਵੀ ਹੈਗੇ ਨੇ। ਮਾਨਸਾ 'ਚ 38 ਟੋਟਲ ਮਾਮਲੇ ਸਾਹਮਣੇ ਆਏ, ਜਿਨ੍ਹਾਂ ਦੇ ਵਿੱਚੋਂ 35 ਲੋਕ ਠੀਕ ਹੋ ਗਏ। ਰਾਹਤ ਹੈ ਕਿ ਕੋਈ ਮੌਤ ਦੀ ਖਬਰ ਸਾਹਮਣੇ ਨਹੀਂ ਆਈ। 3 ਐਕਟਿਵ ਕੇਸ ਅਜੇ ਵੀ ਹੈਗੇ ਨੇ।
ਅੱਗੇ ਵਧਦੇ ਹਾਂ ਤੇ ਹੁਣ ਗੱਲ ਕਰਾਂਗੇ ਕਪੂਰਥਲਾ ਦੀ। ਕਪੂਰਥਲਾ 'ਚ ਕੀ ਕੁਝ ਹਾਲਾਤ ਨੇ ਉਹ ਵੀ ਤੁਹਾਨੂੰ ਦੱਸਦੇ ਹਾਂ। ਕਪੂਰਥਲਾ ਦੇ ਵਿੱਚ ਵੀ ਮੌਤਾਂ ਦੀ ਗਿਣਤੀ ਵੱਧ ਕੇ ਹੁਣ 4 ਤੱਕ ਪਹੁੰਚ ਚੁੱਕੀ ਹੈ। 44 ਲੋਕ ਠੀਕ ਹੋ ਚੁੱਕੇ ਨੇ 65 ਟੋਟਲ ਮਰੀਜ਼ਾਂ ਦੇ ਵਿੱਚੋਂ। ਤੇ ਜੇਕਰ ਮੈਂ ਜ਼ਿਕਰ ਕਰਾਂ ਕਿ ਇਸ ਸਮੇਂ ਐਕਟਿਵ ਮਾਮਲੇ ਤਾਂ ਇਸ ਸਮੇਂ ਕਪੂਰਥਲਾ ਦੇ ਵਿੱਚ 17 ਐਕਟਿਵ ਕੇਸ ਹੁਣ ਵੀ ਹੈਗੇ ਜਿਨ੍ਹਾਂ ਦਾ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਅੱਗੇ ਵਧਦੇ ਹਾਂ, ਗੱਲ ਬਠਿੰਡਾ ਦੀ ਕਰਾਂਗੇ। ਬਠਿੰਡਾ ਦੇ ਵਿੱਚ ਇਸ ਸਮੇਂ ਕੀ ਹਾਲਾਤ ਹੈ। ਬਠਿੰਡਾ ਦੇ ਵਿੱਚ ਟੋਟਲ ਕੇਸਿਸ ਹੁਣ ਤੱਕ ਰਿਪੋਰਟ ਕੀਤੇ ਗਏ ਨੇ 75 ਦੇ ਵਿੱਚੋਂ 62 ਲੋਕ ਠੀਕ ਹੋ ਚੁੱਕੇ ਨੇ ਤੇ 13 ਐਕਟਿਵ ਕੇਸ ਅਜੇ ਵੀ ਹੈਗੇ ਨੇ ਬਠਿੰਡਾ ਦੇ ਵਿੱਚ। ਮੈਂ ਜ਼ਿਕਰ ਕਰ ਰਿਹਾ ਬਠਿੰਡਾ ਤੋਂ ਬਾਅਦ ਅਸੀਂ ਰੁਕ ਕਰਾਂਗੇ ਫਾਜ਼ਿਲਕਾ ਦਾ। ਫਾਜ਼ਿਲਕਾ 'ਚ ਕੀ ਕੁਝ ਹਾਲਾਤ ਨੇ ਉਹ ਵੀ ਤੁਹਾਨੂੰ ਦੱਸਦੇ ਹਾਂ। ਫਾਜ਼ਿਲਕਾ ਦੇ ਵਿੱਚ ਇਸ ਸਮੇਂ ਤੱਕ 74 ਟੋਟਲ ਕੇਸਿਸ ਰਿਪੋਰਟ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਦੇ ਵਿੱਚੋਂ 50 ਮਰੀਜ਼ ਠੀਕ ਹੋ ਗਏ, ਮੌਤ ਕਿਸੇ ਦੀ ਨਹੀਂ ਹੋਈ। ਤਾਂ ਤੁਸੀਂ ਅੰਕੜਿਆਂ ਦਾ ਜੋੜ ਘਟਾਓ ਕਰੋ ਤਾਂ 24 ਇਸ ਸਮੇਂ ਐਕਟਿਵ ਕੇਸ ਹੈਗੇ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ। ਫਾਜ਼ਿਲਕਾ ਤੋਂ ਬਾਅਦ ਅਸੀਂ ਅੱਗੇ ਵਧਾਂਗੇ, ਹੁਣ ਫਿਰੋਜ਼ਪੁਰ ਦਾ ਜ਼ਿਕਰ ਕਰਾਂਗੇ। ਦੇਖਦੇ ਹਾਂ ਫਿਰੋਜ਼ਪੁਰ ਦੇ ਵਿੱਚ ਕੀ ਕੁਝ ਹਾਲਾਤ ਨੇ। ਇਹ ਜ਼ਿਲ੍ਹਾ ਬਹੁਤ ਦਿਨਾਂ ਤੱਕ ਕਰੋਨਾ ਮੁਕਤ ਰਿਹਾ ਸੀ ਪਰ ਲਗਾਤਾਰ ਇੱਥੇ ਵੀ ਨਵੇਂ ਮਾਮਲੇ ਸਾਹਮਣੇ ਆਏ ਨੇ ਤੇ ਹੁਣ ਗਿਣਤੀ ਵੱਧ ਕੇ 67 ਤੱਕ ਪਹੁੰਚ ਚੁੱਕੀ ਹੈ। 67 ਹੁਣ ਤੱਕ ਟੋਟਲ ਮਾਮਲੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਰਿਪੋਰਟ ਕੀਤੇ ਜਾ ਚੁੱਕੇ ਨੇ ਜਦਕਿ 46 ਲੋਕ ਠੀਕ ਹੋ ਚੁੱਕੇ ਨੇ, 3 ਲੋਕਾਂ ਦੀ ਮੌਤ ਹੋ ਚੁੱਕੀ ਹੈ। 18 ਇਸ ਸਮੇਂ ਐਕਟਿਵ ਕੇਸਿਸ ਹੈਗੇ ਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ। ਫਿਰੋਜ਼ਪੁਰ ਤੋਂ ਬਾਅਦ ਅਸੀਂ ਰੁਕ ਕਰਾਂਗੇ ਫਤਿਹਗੜ੍ਹ ਸਾਹਿਬ ਦਾ। ਫਤਿਹਗੜ੍ਹ ਸਾਹਿਬ 'ਚ ਦੇਖਦੇ ਹਾਂ ਕੀ ਕੁਝ ਹਾਲਾਤ ਨੇ। ਫਤਿਹਗੜ੍ਹ ਸਾਹਿਬ ਦੇ ਵਿੱਚ ਟੋਟਲ ਕੇਸਿਸ ਹੁਣ ਤੱਕ ਰਿਪੋਰਟ ਹੋਏ ਨੇ 88 ਦੇ ਵਿੱਚੋਂ 14 ਮਰੀਜ਼ ਇਸ ਸਮੇਂ ਐਕਟਿਵ ਨੇ ਕਿਉਂਕਿ 74 ਲੋਕ ਠੀਕ ਹੋ ਚੁੱਕੇ ਨੇ। ਫਤਿਹਗੜ੍ਹ ਸਾਹਿਬ ਦਾ ਜ਼ਿਕਰ ਕਰ ਰਿਹਾ ਮੈਂ। ਟੋਟਲ 14 ਕੇਸਿਸ ਇਸ ਸਮੇਂ ਐਕਟਿਵ ਮਾਮਲੇ ਹੈਗੇ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਜੋ ਕਰੋਨਾ ਦੇ ਨਾਲ ਪੀੜਤ ਨੇ। ਉਸ ਤੋਂ ਬਾਅਦ ਮੋਗਾ ਦਾ ਜ਼ਿਕਰ ਕਰਦਾ। ਮੋਗਾ ਦੇ ਵਿੱਚ ਕੀ ਕੁਝ ਹਾਲਾਤ ਨੇ। ਮੋਗਾ ਦਾ ਅਸੀਂ ਜ਼ਿਕਰ ਕਰੀਏ ਤਾਂ 77 ਟੋਟਲ ਮਾਮਲੇ ਉੱਥੇ ਰਿਪੋਰਟ ਕੀਤੇ ਗਏ, ਉਹਨਾਂ ਦੇ ਵਿੱਚੋਂ 72 ਲੋਕ ਠੀਕ ਹੋ ਗਏ, ਇੱਕ ਸ਼ਖਸ ਦੀ ਮੌਤ ਹੋ ਗਈ। ਅੰਕੜਾ ਤੁਸੀਂ ਦੇਖ ਰਹੇ ਹੋ ਤੇ ਇਹ ਵੀ ਤੁਹਾਨੂੰ ਦੱਸ ਦਈਏ ਕਿ 4 ਐਕਟਿਵ ਕੇਸ ਇਸ ਸਮੇਂ ਮੋਗਾ ਦੇ ਵਿੱਚ ਵੀ ਹੈਗੇ ਨੇ। ਮੋਗਾ ਤੋਂ ਬਾਅਦ ਅਸੀਂ ਰੁਕ ਕਰਦੇ ਹਾਂ ਰੋਪੜ ਜ਼ਿਲ੍ਹੇ ਦਾ। ਰੋਪੜ ਦੇ ਵਿੱਚ ਕੀ ਕੁਝ ਹਾਲ ਹੈ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ। ਰੋਪੜ ਦੇ ਵਿੱਚ ਟੋਟਲ ਮਾਮਲੇ ਹੁਣ ਤੱਕ 91 ਰਿਪੋਰਟ ਕੀਤੇ ਗਏ ਨੇ। 74 ਲੋਕ ਇੱਥੇ ਵੀ 76 ਲੋਕ ਇੱਥੇ ਵੀ ਠੀਕ ਹੋ ਚੁੱਕੇ ਨੇ ਜਦਕਿ ਇੱਕ ਸ਼ਖਸ ਦੀ ਮੌਤ ਹੋ ਚੁੱਕੀ ਹੈ। ਮੈਂ ਟੋਟਲ ਕਰਾਂ ਪੂਰਾ ਅੰਕੜੇ ਦਾ ਤਾਂ 14 ਇਸ ਸਮੇਂ ਐਕਟਿਵ ਕੇਸ ਹੈਗੇ ਨੇ ਰੋਪੜ ਜ਼ਿਲ੍ਹੇ ਦੇ ਵਿੱਚ। ਰੋਪੜ ਤੋਂ ਬਾਅਦ ਫਰੀਦਕੋਟ ਦਾ ਜ਼ਿਕਰ ਕਰਦੇ ਹਾਂ। ਪੋਜ਼ਿਟਿਵ ਮਾਮਲੇ ਫਰੀਦਕੋਟ ਦੇ ਵਿੱਚ ਟੋਟਲ ਹੁਣ ਤੱਕ ਜਿੰਨੇ ਸਾਹਮਣੇ ਆ ਗਏ 100 ਤੱਕ ਗਿਣਤੀ ਇੱਥੇ ਵੀ ਪਹੁੰਚ ਚੁੱਕੀ ਹੈ। 88 ਮਰੀਜ਼ ਇੱਥੇ ਠੀਕ ਹੋ ਚੁੱਕੇ ਨੇ। 12 ਇਸ ਸਮੇਂ ਐਕਟਿਵ ਕੇਸ ਹੈਗੇ ਨੇ। ਜੇ ਜ਼ਿਕਰ ਅਸੀਂ ਕਰੀਏ ਫਰੀਦਕੋਟ ਜ਼ਿਲ੍ਹੇ ਦਾ ਤਾਂ 12 ਐਕਟਿਵ ਕੇਸ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੀ ਹੈਗੇ ਨੇ। ਫਰੀਦਕੋਟ ਤੋਂ ਬਾਅਦ ਅਸੀਂ ਮੁਕਤਸਰ ਸਾਹਿਬ ਦਾ ਜ਼ਿਕਰ ਕਰਾਂਗੇ। ਮੁਕਤਸਰ ਸਾਹਿਬ ਦੇ ਵਿੱਚ ਕੀ ਕੁਝ ਹਾਲ ਹੈ। ਮੁਕਤਸਰ ਸਾਹਿਬ ਦੇ ਵਿੱਚ ਰਾਹਤ ਭਰੀ ਖਬਰ ਇਹ ਹੈ ਕਿ ਮੌਤ ਕਿਸੇ ਦੀ ਨਹੀਂ ਹੋਈ ਇੱਥੇ ਕਰੋਨਾ ਦੀ ਵਜ੍ਹਾ ਨਾਲ, ਪਰ ਟੋਟਲ ਮਾਮਲੇ ਜੇਕਰ ਮੈਂ ਜ਼ਿਕਰ ਕਰਾਂ ਤਾਂ 84 ਜ਼ਰੂਰ ਸਾਹਮਣੇ ਆ ਚੁੱਕੇ ਨੇ। 84 ਟੋਟਲ ਮਾਮਲੇ ਸਾਹਮਣੇ ਆਏ, 72 ਉਹਨਾਂ ਦੇ ਵਿੱਚੋਂ ਠੀਕ ਹੋ ਗਏ। 12 ਐਕਟਿਵ ਕੇਸ ਇਸ ਸਮੇਂ ਮੁਕਤਸਰ ਸਾਹਿਬ ਦੇ ਵਿੱਚ ਹੈਗੇ ਨੇ। ਰੁਕ ਕਰਾਂਗੇ ਸੰਗਰੂਰ ਦਾ। ਸੰਗਰੂਰ ਦੇ ਵਿੱਚ ਵੀ ਮਾਮਲੇ ਪਿਛਲੇ ਦਿਨਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਵਧੇ ਨੇ। 226 ਟੋਟਲ ਕੇਸਿਸ ਹੁਣ ਤੱਕ ਰਿਪੋਰਟ ਕੀਤੇ ਜਾ ਚੁੱਕੇ ਨੇ। 144 ਲੋਕ ਹੁਣ ਤੱਕ ਕਰੋਨਾ ਦੀ ਵਜ੍ਹਾ ਨਾਲ ਜੋ ਪੀੜਤ ਸੀ ਉਹ ਠੀਕ ਵੀ ਹੋ ਚੁੱਕੇ ਨੇ। ਸੰਗਰੂਰ ਜ਼ਿਲ੍ਹੇ ਦਾ ਮੈਂ ਹਾਲ ਦੱਸ ਰਿਹਾ ਤੇ 7 ਲੋਕਾਂ ਦੀ ਮੌਤ ਹੋ ਚੁੱਕੀ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਰੋਨਾ ਨਾਲ। ਹੁਣ ਤੱਕ ਐਕਟਿਵ ਕੇਸ ਇਸ ਸਮੇਂ 75 ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ। ਅੱਗੇ ਵਧਦੇ ਹਾਂ, ਹੁਸ਼ਿਆਰਪੁਰ ਦਾ ਜ਼ਿਕਰ ਕਰਾਂਗੇ। ਪੋਜ਼ਿਟਿਵ ਮਾਮਲੇ ਕਿੰਨੇ ਨੇ ਹੁਸ਼ਿਆਰਪੁਰ ਦੇ ਵਿੱਚ। ਪੋਜ਼ਿਟਿਵ ਮਾਮਲੇ ਹੁਸ਼ਿਆਰਪੁਰ ਦੇ ਵਿੱਚ ਹੈਗੇ ਨੇ 164 ਦੇ ਵਿੱਚੋਂ 133 ਲੋਕ ਠੀਕ ਹੋ ਗਏ। ਹੁਸ਼ਿਆਰਪੁਰ ਦੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਸੀ ਕਰੋਨਾ ਦੀ ਵਜ੍ਹਾ ਨਾਲ। ਇਸ ਸਮੇਂ 26 ਐਕਟਿਵ ਕੇਸ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੈਗੇ ਨੇ ਜੋ ਕਰੋਨਾ ਤੋਂ ਪੀੜਿਤ ਨੇ। ਮੋਹਾਲੀ ਦਾ ਜ਼ਿਕਰ ਕਰਦੇ ਹਾਂ। ਪੋਜ਼ਿਟਿਵ ਮਾਮਲੇ ਮੋਹਾਲੀ 'ਚ ਕਿੰਨੇ ਹੁਣ ਤੱਕ ਆ ਚੁੱਕੇ ਨੇ। 184 ਕੇਸਿਸ ਹੁਣ ਤੱਕ ਰਿਪੋਰਟ ਕੀਤੇ ਜਾ ਚੁੱਕੇ ਨੇ ਮੋਹਾਲੀ ਦੇ ਵਿੱਚ। ਇਹ ਵੀ ਜ਼ਿਲ੍ਹਾ ਇੱਕ ਵਾਰ ਕਰੋਨਾ ਪੋਜ਼ਿਟਿਵ ਤੋਂ ਮੁਕਤ ਹੋ ਗਿਆ ਸੀ। ਇੱਥੇ ਕੋਈ ਵੀ ਕਰੋਨਾ ਦਾ ਕੇਸ ਨਹੀਂ ਸੀ ਪਰ ਬਾਰ-ਬਾਰ ਨਵੇਂ ਕੇਸ ਸਾਹਮਣੇ ਆਏ ਨੇ। ਗਿਣਤੀ ਲਗਾਤਾਰ ਵਧੀ ਹੈ ਤੇ ਇਸ ਸਮੇਂ ਹਾਲ ਇਹ ਨਹੀਂ ਕਿ 67 ਐਕਟਿਵ ਕੇਸ ਮੋਹਾਲੀ ਜ਼ਿਲ੍ਹੇ ਦੇ ਵਿੱਚ ਵੀ ਹੈਗੇ ਨੇ। 184 ਕੇਸ ਟੋਟਲ ਹੁਣ ਤੱਕ ਰਿਪੋਰਟ ਕੀਤੇ ਗਏ ਤੇ 138 ਲੋਕ ਠੀਕ ਹੋਏ, 3 ਲੋਕਾਂ ਦੀ ਮੌਤ ਹੋਈ ਹੈ। ਅੱਗੇ ਵਧਦੇ ਹਾਂ ਤੇ ਹੁਣ ਤੁਹਾਨੂੰ ਪਟਿਆਲਾ ਜ਼ਿਲ੍ਹੇ ਦਾ ਹਾਲ ਦੱਸਦੇ ਹਾਂ। ਪਟਿਆਲਾ ਜ਼ਿਲ੍ਹਾ ਦੇ ਵਿੱਚ ਇਸ ਸਮੇਂ ਕੀ ਕੁਝ ਹਾਲ ਹੈ। ਪਟਿਆਲਾ ਦੇ ਵਿੱਚ 211 ਲੋਕ ਕਰੋਨਾ ਦੇ ਨਾਲ ਪੀੜਤ ਹੋਏ, 133 ਲੋਕ ਉਹਨਾਂ ਦੇ ਵਿੱਚੋਂ ਠੀਕ ਹੋ ਗਏ ਜਦਕਿ 4 ਲੋਕਾਂ ਦੀ ਟੋਟਲ ਮੌਤ ਦੀ ਖਬਰ ਵੀ ਹੁਣ ਤੱਕ ਸਾਹਮਣੇ ਆ ਚੁੱਕੀ ਹੈ ਪਟਿਆਲਾ ਜ਼ਿਲ੍ਹਾ ਤੋਂ। 74 ਪੂਰੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ 74 ਲੋਕ ਹੁਣ ਤੱਕ ਹੁਣ ਵੀ ਕਰੋਨਾ ਦੇ ਨਾਲ ਪੀੜਤ ਨੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਹੁਣ ਰੁਕ ਕਰਦੇ ਹਾਂ ਅਸੀਂ ਨਵਾਂ ਸ਼ਹਿਰ ਜ਼ਿਲ੍ਹੇ ਦਾ। ਪੋਜ਼ਿਟਿਵ ਮਾਮਲੇ ਕਿੰਨੇ ਨੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਉਹ ਤੁਹਾਨੂੰ ਦਿਖਾਵਾਂਗੇ। ਤਾਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ 122 ਟੋਟਲ ਕੇਸਿਸ ਹੁਣ ਤੱਕ ਰਿਪੋਰਟ ਕੀਤੇ ਗਏ ਨੇ। 111 ਲੋਕਾਂ ਨੇ ਕਰੋਨਾ ਨੂੰ ਮਾਤ ਦੇ ਦਿੱਤੀ ਜਦਕਿ ਇੱਕ ਸ਼ਖਸ ਦੀ ਮੌਤ ਹੋ ਗਈ ਸੀ ਤੇ 10 ਐਕਟਿਵ ਕੇਸ ਹੁਣ ਵੀ ਹੈਗੇ ਨੇ ਜੋ ਕਿ ਕਰੋਨਾ ਦੇ ਨਾਲ ਲੋਕ ਪੀੜਤ ਨੇ ਜਿਨ੍ਹਾਂ ਦਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ।
ਤਾਂ ਇਸ ਸਮੇਂ ਖਬਰ ਇਹ ਵੀ ਹੈ, ਮੈਂ ਪੂਰੇ ਜ਼ਿਲ੍ਹਿਆਂ ਦਾ ਹਾਲ ਤੁਹਾਨੂੰ ਦੱਸਿਆ, ਉਮੀਦ ਹੈ ਤੁਹਾਡੇ ਜ਼ਿਲ੍ਹੇ ਦਾ ਜਿਹੜਾ ਹਾਲ ਹੈ ਉਹ ਵੀ ਤੁਹਾਡੇ ਤੱਕ ਪਹੁੰਚਿਆ ਹੋਵੇਗਾ। ਇਸ ਸਮੇਂ ਜੋ ਅਹਿਮ ਹੈ ਇਹ ਪੂਰੇ ਜ਼ਿਲ੍ਹਿਆਂ ਦੇ ਹਾਲ ਦੇ ਵਿੱਚ ਕਿ ਕੋਈ ਵੀ ਪੰਜਾਬ ਦਾ ਜ਼ਿਲ੍ਹਾ ਕਰੋਨਾ ਮੁਕਤ ਨਹੀਂ ਹੈ, ਕੋਈ ਵੀ ਜ਼ਿਲ੍ਹਾ ਅਜਿਹਾ ਨਹੀਂ ਹੈ ਜਿੱਥੇ ਕਰੋਨਾ ਦਾ ਕੋਈ ਵੀ ਮਾਮਲਾ ਨਾ ਹੋਵੇ। ਇਸ ਕਰਕੇ ਇਹਤਿਆਤ ਸਾਨੂੰ ਸਾਰਿਆਂ ਨੂੰ ਲਾਜ਼ਮੀ ਤੌਰ ਤੇ ਵਰਤਣੇ ਹੋਣਗੇ। ਤਾਂ ਇਹ ਪੂਰੇ ਪੰਜਾਬ ਦਾ ਅਸੀਂ ਹਾਲ ਤੁਹਾਨੂੰ ਦੱਸਿਆ ਤੇ ਹੁਣ ਅੱਗੇ ਵਧਦੇ ਹਾਂ ਤੇ ਤੁਹਾਨੂੰ ਦੱਸਾਂਗੇ ਕਿ ਹੋਰ ਕੀ ਕੁਝ ਇਸ ਸਮੇਂ ਅਪਡੇਟ ਹੈ ਗੁਰੂਗ੍ਰਾਮ ਤੋਂ। ਇੱਕ ਵੱਡੀ ਖਬਰ ਆ ਰਹੀ ਹੈ, ਉਸ ਦਾ ਰੁਖ ਕਰਦੇ ਹਾਂ। ਜੀ ਹਾਂ, ਹਰਿਆਣਾ ਤੋਂ ਵੱਡੀ ਖਬਰ ਹੈ ਕਿਉਂਕਿ ਜ਼ਬਰਦਸਤ ਤਰੀਕੇ ਨਾਲ ਹਰਿਆਣਾ ਦੇ ਵਿੱਚ ਕੇਸਿਸ ਵਧੇ ਨੇ। ਗੁਰੂਗ੍ਰਾਮ ਤੋਂ ਇਸ ਸਮੇਂ ਵੱਡੀ ਖਬਰ, ਗੁਰੂਗ੍ਰਾਮ ਦੇ ਵਿੱਚ 65 ਨਵੇਂ ਕੇਸ ਸਾਹਮਣੇ ਆਏ ਨੇ। ਭਵਾਨੀ ਦੇ ਵਿੱਚ ਕਰੋਨਾ ਵਾਇਰਸ ਦੇ 60 ਨਵੇਂ ਮਾਮਲੇ ਸਾਹਮਣੇ ਆਏ ਨੇ। ਹਰਿਆਣਾ ਦੇ ਵਿੱਚ ਹੁਣ ਤੱਕ ਅੰਕੜਾ 10,700 ਨੂੰ ਪਾਰ ਕਰ ਚੁੱਕਿਆ ਹੈ। ਸੂਬੇ 'ਚ ਹੁਣ ਤੱਕ 161 ਲੋਕਾਂ ਦੀ ਮੌਤ ਕਰੋਨਾ ਦੀ ਵਜ੍ਹਾ ਨਾਲ ਹੋ ਚੁੱਕੀ ਹੈ। ਤਾਂ ਵੱਡੀ ਖਬਰ ਇਸ ਸਮੇਂ ਅਸੀਂ ਤੁਹਾਨੂੰ ਦੱਸ ਰਹੇ ਹਾਂ। ਵੱਡੀ ਖਬਰ ਇਹ ਹੈ ਕਿ ਕਰੋਨਾ ਦੇ ਮਾਮਲੇ ਹਰਿਆਣਾ ਦੇ ਵਿੱਚ ਤਾਂ ਬਹੁਤ ਜ਼ਬਰਦਸਤ ਰਫ਼ਤਾਰ ਉਹਨਾਂ ਨੇ ਫੜੀ ਹੋਈ ਹੈ। ਖਾਸ ਤੌਰ ਤੇ 3-4 ਜ਼ਿਲ੍ਹੇ ਨੇ, ਉਹਨਾਂ ਦੇ ਉੱਤੇ ਨਜ਼ਰ ਪਾਈਏ ਤਾਂ ਲੱਗ ਰਿਹਾ ਕਿ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਹ ਜ਼ਿਲ੍ਹੇ ਨੇ। ਗੁਰੂਗ੍ਰਾਮ ਉਹਨਾਂ ਦੇ ਵਿੱਚੋਂ ਇੱਕ ਨਾਮ ਜਿੱਥੇ 65 ਨਵੇਂ ਕੇਸ ਰਿਪੋਰਟ ਕੀਤੇ ਗਏ ਨੇ। ਭਿਵਾਨੀ ਉਹਨਾਂ ਦੇ ਵਿੱਚੋਂ ਇੱਕ ਜਿੱਥੇ 60 ਨਵੇਂ ਕੇਸ ਰਿਪੋਰਟ ਕੀਤੇ ਗਏ ਨੇ। ਹਰਿਆਣਾ ਦੇ ਵਿੱਚ ਟੋਟਲ ਗਿਣਤੀ ਦਾ ਜ਼ਿਕਰ ਕਰੀਏ 10,700 ਤੋਂ ਪਾਰ ਹੋ ਚੁੱਕੀ ਹੈ। ਸੂਬੇ 'ਚ ਹੁਣ ਤੱਕ 161 ਲੋਕਾਂ ਦੀ ਮੌਤ ਵੀ ਕਰੋਨਾ ਦੀ ਵਜ੍ਹਾ ਦੇ ਨਾਲ ਹੋ ਚੁੱਕੀ ਹੈ। ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਖ ਕਰਾਂਗੇ ਤੇ ਕਰੋਨਾ ਟੈਸਟ, ਉਸ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਨੇ। ਮਹਿੰਗਾ ਵੀ ਦੱਸਿਆ ਜਾ ਰਿਹਾ ਸੀ, ਪਰ ਚੰਡੀਗੜ੍ਹ ਵਾਲਿਆਂ ਦੇ ਲਈ ਇੱਕ ਚੰਗੀ ਖਬਰ ਹੈ। ਰੱਬ ਨਾ ਕਰੇ ਤੁਹਾਨੂੰ ਕਰਵਾਉਣਾ ਪਵੇ ਕਰੋਨਾ ਦਾ ਟੈਸਟ, ਪਰ ਫਿਰ ਵੀ ਜੇਕਰ ਜ਼ਰੂਰਤ ਪੈਂਦੀ ਹੈ ਤਾਂ ਟੈਸਟ ਨੂੰ ਸਸਤਾ ਕਰ ਦਿੱਤਾ ਗਿਆ ਤਾਂ ਕਿ ਟੈਸਟ ਵੱਧ ਤੋਂ ਵੱਧ ਲੋਕ ਕਰਵਾ ਸਕਣ। ਚੰਡੀਗੜ੍ਹ ਤੋਂ ਇਸ ਸਮੇਂ ਵੱਡੀ ਖਬਰ ਦੇ ਰਹੇ ਹਾਂ। ਹੁਣ 2000 ਰੁਪਏ ਦੇ ਵਿੱਚ ਟੈਸਟ ਹੋਵੇਗਾ। ਪ੍ਰਸ਼ਾਸਨ ਅਤੇ ਲੈਬ ਦੇ ਜਿਹੜੇ ਪ੍ਰਬੰਧਕ ਨੇ ਵੱਖ-ਵੱਖ ਲੈਬਸ ਦੇ, ਉਹਨਾਂ ਦੇ ਵਿਚਾਲੇ ਮੀਟਿੰਗ ਹੋਈ ਤੇ ਫੈਸਲਾ ਲਿਆ ਗਿਆ। ਫਿਲਹਾਲ 4500 ਰੁਪਏ ਦਾ ਟੈਸਟ ਹੈ ਜਿਹੜੇ ਕਰਵਾਇਆ ਜਾ ਰਿਹਾ ਕਰੋਨਾ ਦਾ, ਪਰ ਹੁਣ ਉਹ 2000 ਦੇ ਵਿੱਚ ਹੋ ਸਕੇਗਾ। SRL ਡਾਇਗਨੋਸਟਿਕ ਲੈਬੋਰੇਟਰੀ ਹੈ ਜਿਸ ਦੇ ਵਿੱਚ ਟੈਸਟ ਕਰਵਾਏ ਜਾਂਦੇ ਨੇ ਅਧਿਕਾਰਿਕ ਤੌਰ ਦੇ ਉੱਤੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਮੀਟਿੰਗ ਹੋਈ, ਜਿਹੜੇ ਐਡਵਾਈਜ਼ਰ ਨੇ ਐਡਮਿਨਿਸਟ੍ਰੇਟਰ ਦੇ, ਚੰਡੀਗੜ੍ਹ ਐਡਮਿਨਿਸਟ੍ਰੇਟਰ ਦੇ ਐਡਵਾਈਜ਼ਰ ਮਨੋਜ ਪਰੀਦਾ ਦੇ ਨਾਲ, ਜਿਹੜੇ ਲੈਬ ਦੇ ਪ੍ਰਬੰਧਕ ਸੀ ਉਹਨਾਂ ਦੇ ਨਾਲ ਇਹ ਪੂਰੀ ਗੱਲਬਾਤ ਹੁੰਦੀ ਹੈ ਤੇ ਇਸ ਦੇ ਵਿੱਚ ਫੈਸਲਾ ਲਿਆ ਗਿਆ ਕਿ ਟੈਸਟ ਦੇ ਰੇਟ ਘਟਾਏ ਜਾਣ। ਪਹਿਲਾਂ 4500 ਰੁਪਏ ਸੀ ਤੇ ਹੁਣ ਉਹ ਟੈਸਟ ਦੇ ਰੇਟ ਘਟਾ ਕੇ 2000 ਰੁਪਏ ਕਰ ਦਿੱਤੇ ਗਏ ਨੇ। ਇੱਕ ਵੱਡੀ ਖਬਰ ਹੈ। ਤਾਂ ਜਿਹੜੇ ਟੈਸਟ ਕਰਵਾਉਣ ਦੀ ਸੋਚ ਰਹੇ ਨੇ ਜਾਂ ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਕੋਈ ਦਿੱਕਤ ਹੋ ਸਕਦੀ ਹੈ, ਉਹ ਖੁਦ ਜਾ ਕੇ ਟੈਸਟ ਕਰਵਾਉਣਾ ਚਾਹੁੰਦੇ ਨੇ, ਤਾਂ ਉਹਨਾਂ ਦੇ ਲਈ ਬਹੁਤ ਵੱਡੀ ਤੇ ਅਹਿਮ ਜਾਣਕਾਰੀ ਇਸ ਸਮੇਂ ਅਸੀਂ ਦੇ ਰਹੇ ਹਾਂ ਕਿ ਤੁਹਾਨੂੰ ਹੁਣ ਜੇਕਰ ਕਰੋਨਾ ਦਾ ਟੈਸਟ ਕਰਵਾਉਣਾ ਪਿਆ ਤਾਂ 4500 ਰੁਪਇਆ ਨਹੀਂ ਲੱਗੇਗਾ। 2000 ਰੁਪਏ ਦੇ ਵਿੱਚ ਹੁਣ ਤੁਸੀਂ ਕਰੋਨਾ ਦਾ ਟੈਸਟ ਕਰਵਾ ਸਕੋਗੇ। SRL ਲੈਬ ਜਿਹੜੀਆਂ ਹੈਗੀਆਂ ਨੇ ਚੰਡੀਗੜ੍ਹ ਦੀ, ਉਸ ਦੇ ਵਿੱਚ ਇਹ ਲੈਬ ਦੇ ਵਿੱਚ ਹੋ ਸਕੇਗਾ ਟੈਸਟ। ਇਹ ਵੀ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ, ਲੈਬ ਦੇ ਅਧਿਕਾਰੀਆਂ ਦੀ, ਤੇ ਉਸ ਤੋਂ ਬਾਅਦ ਹੁਣ 2000 ਰੁਪਏ ਤੇ ਸਹਿਮਤੀ ਬਣੀ ਹੈ ਕਿ 2000 ਰੁਪਏ ਦੇ ਵਿੱਚ ਟੈਸਟ ਕਰਵਾਇਆ ਜਾ ਸਕੇਗਾ।